ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਨੇ ਹਰ ਪਾਸੇ, ਹਰ ਕੋਈ ਇਸ ਦਿਨ ਨੂੰ ਖੁਸ਼ੀ ਦੇ ਨਾਲ ਮਨਾ ਰਿਹਾ ਹੈ, ਸਲਾਮ ਕਰ ਰਿਹਾ ਸ਼ਹਾਦਤਾਂ ਨੂੰ ਤੇ ਨਵੇਂ ਭਵਿੱਖ ਦੀ ਹਮੇਸ਼ਾ ਇੱਕ ਆਸ ਰਹਿੰਦੀ ਹੈ। ਹਰ ਵਾਰ ਇੱਕ ਬਿਹਤਰ दिन की आस रहती है। 74 साल पूरे हो चुके हैं आज़ादी के, तो वड्डा सवाल यह है कि इस वड्डे वक्फे दौरान, एडे वड्डे दहाकियां दौरान की समाजिक, आर्थिक ते राजनीतिक तौर पर भारत अज कित्थे खड़ा है। क्योंकि हर बार वोटां दे विच वड्डे वड्डे दावे हुंदे ने, कई तरह दी चीज़ां कहीआं जांदियां ने, पर जिहड़े माहर ने उन्हां तों जानन दी कोशिश करांगे कि समाजिक तौर पर, सियासी तौर पर, राजनीतिक तौर पर, सिक्ख्या के खेत्र दे विच इस वेले मुल्क कित्थे खड़ा है। जिहड़ा सुपना देखा गया सी, जिस सुपने दे नाल मुल्क नूं आज़ाद करवाया गया सी, कि उसके किते नेड़े तेड़े पहुँच पाए हैं कि नहीं, तो इहदे उत्ते गलबात करांगे। प्रोफैसर मनजीत सिंह ने माहर हैगे ने, समाजिक ते आर्थिक मसलियां दे माहर ने, और साडे नाल प्रोफैसर कुलदीप सिंह कलसी ने, माहर ने समाजिक ते जिहड़े एजुकेशन मसलियां दे बहुत माहर ने, और बेहद बेबाकी दे नाल साडे दोने मेहमान ने राय रखते हैं। स्वागत है जी मनजीत जी, तुहाडा भी स्वागत है, तो कलसी जी तुहाडा भी स्वागत है। पहला मनजीत जी तुहाडे तो सवाल लै लैंदे आ। भूमिका जिवें मैं बन्नी है, तुसीं समझे ही होवोगे मेरी गल मैं की कहना चाह रहा। इन्ने दहाके बीत के हर बारी जिहड़ी आज़ादी दिहाड़े के मौके ते चीज़ां कहीआं जांदियां ने या जिहड़ियां स्पीचां दित्तियां जांदियां ने, उहदे विच बहुत भारे भारे लफ्ज़ हुंदे ने। उन्हां दी जे ऑन ग्राउंड लैवल के उत्ते गल करिए, कित्थे किन्ने क सार्थक ने ते कित्थे खड़ा मुल्क? देखो, एक सपना ते लिया सीगा सन 47 तो पहला, और जिहड़ी उदों दी कांग्रेस दी लीडरशिप सी, किसी हद तक उन्होंने 5 साला प्लाना शुरू कीतियां, और जदों भी संविधान अज तो 70 साल पहला शुरू होया, लागू कर दिता, चोणां शुरू हो गईयां, ते मैनू लगदा कि जिहड़े पहले साडे 15-20 साल आ, ਉਹਦੇ 'ਚ काफ़ी हद तक ਤੁਸੀਂ ਦੇਖਣ ਨੂੰ ਮਿਲੂਗਾ ਕਿ ਤੁਹਾਨੂੰ ਇੱਕ ਮੋਰਲ ਅਪਰਾਈਟਨੈਸ ਵੀ ਹੈਗੀ ਆ, ਰਾਜਨੀਤਿਕ ਲੋਕਾਂ 'ਚ ਇੱਕ ਸ਼ਰਮ ਹਜਾ ਹੈਗੀ ਆ, ਪਾਰਟੀਆਂ ਦਾ ਇੱਕ ਕਿਰਦਾਰ ਆ, ਵਰਕਰਾਂ ਦੀ ਇੱਜ਼ਤ ਹੈਗੀ, ਪਾਰਟੀ ਦੇ ਪ੍ਰੋਗਰਾਮ ਨੂੰ ਲੋਕ ਵੋਟਾਂ ਪਾਉਂਦੇ ਆ, ਪਾਰਟੀ ਦੀ ਸੋਚ ਨੂੰ ਵੋਟਾਂ ਪਾਉਂਦੇ ਆ, ਬੰਦੇ ਦਾ ਕੋਈ ਉੱਥੇ ਲੈਣਾ ਦੇਣਾ ਨਹੀਂ ਹੈਗਾ। ਇਹ ਉਦੋਂ ਤੇ ਚੋਣ ਨਿਸ਼ਾਨਾਂ ਦੀ ਵੀ ਗੱਲ ਹੁੰਦੀ ਸੀਗੀ, ਵੋਟ ਕਿੱਥੇ ਪਾਉਣੀ ਆ, ਕੋਈ ਕਹਿੰਦਾ ਸੀ ਪੰਜੇ ਉੱਤੇ, ਕੋਈ ਤੱਕੜੀ ਤੇ, ਜਾਂ ਕਿਸ ਤਰੀਕੇ ਨਾਲ। ਉਹਦਾ ਮਾਨੇ ਇਹ ਹੈ ਕਿ ਪਾਰਟੀ ਦੇ ਪ੍ਰੋਗਰਾਮ ਨੂੰ ਲੋਕ ਪੜਨਾਏ ਸੀ, ਪਰਸਨੈਲਿਟੀ ਨੂੰ, ਨਿੱਜੀ ਸ਼ਖਸੀਅਤਾਂ ਨੂੰ ਨਹੀਂ ਸੀ ਪੜਨਾਏ। ਇਹ ਔਰ ਜਿਹੜਾ ਸ਼ੁਰੂ ਦੇ ਵਿੱਚ ਫੇਜ਼ ਆ, ਤੁਸੀਂ ਨੈਰੋਮੀਅਨ ਪੀਰੀਅਡ ਜਿਹਨੂੰ ਕਹਿੰਦੇ ਆ, ਉਹਦੇ 'ਚ ਪਬਲਿਕ ਸੈਕਟਰ ਵੱਡੇ ਪੱਧਰ ਦੇ ਉੱਤੇ ਕੰਸਟਰਕਟ ਕੀਤਾ ਗਿਆ। ਹਾਲਾਂਕਿ ਚਲੋ ਉਹ ਦੇਸ਼ ਦੇ ਪ੍ਰਾਈਵੇਟ ਸੈਕਟਰ ਦੀ ਲੋੜ ਵੀ ਸੀਗੀ, ਪਰ ਫਿਰ ਵੀ ਜੇ ਤੁਸੀਂ 70 ਦੇ ਵਿੱਚ ਦੇਖੋ ਕਿ ਦੇਸ਼ ਦੀ ਜਿਹੜੀ ਟੋਟਲ ਘਰੇਲੂ ਉਤਪਾਦਨ ਆ, ਉਹ 50% ਤੋਂ ਵੱਧ ਪਬਲਿਕ ਸੈਕਟਰ 'ਚੋਂ ਆਉਂਦਾ ਸੀ, ਬਾਕੀ ਪ੍ਰਾਈਵੇਟ ਸੈਕਟਰ 'ਚੋਂ ਆਉਂਦਾ ਸੀ। ਇੰਦਰਾ ਗਾਂਧੀ ਨੇ ਤੇ ਇੱਕ ਵਾਰੀ ਸਿਰੇ ਹੀ ਲਾਤੀ ਕਹਾਣੀ ਜਿਹੜੀ ਪ੍ਰਾਈਵੇਟ ਬੈਂਕਾਂ ਨੂੰ ਓਵਰਨਾਈਟ ਪਬਲਿਕ ਸੈਕਟਰ ਦੇ ਵਿੱਚ ਲਿਆ ਕੇ। ਪਰ ਜਿਹੜੀ ਅੱਜ ਦੀ ਪਰਿਸਥਿਤੀ ਉਹਦੇ 'ਚੋਂ ਦੇਖਦੇ ਆ ਹੁਣ, ਇਹ ਬਿਲਕੁਲ ਜੋ 50ਵਿਆਂ ਤੇ 60ਵਿਆਂ ਤੇ ਅਰਲੀ 70 ਦੇ ਵਿੱਚ ਹੋਇਆ, ਉਹਦੇ ਬਿਲਕੁਲ ਉਲਟ ਗੁੱਡੀ ਕਮਾਈ ਹੋਈ ਆ। FDI ਖੋਲ ਦਿਓ, ਫੋਰਨ ਡਾਇਰੈਕਟ ਇਨਵੈਸਟਮੈਂਟ ਸਿੱਧੀ ਕਰ ਦਿਓ, ਇੱਥੋਂ ਤੱਕ ਕਿ ਜਿਹੜੇ ਤੁਹਾਡੇ ਇੰਸ਼ੋਰੈਂਸ ਦਾ ਸੈਕਟਰ ਆ, ਉਹਦੇ 'ਚ ਵੀ 72, 76% ਕਰ ਦਿਓ FDI। ਜਾਣੀ ਜਿੱਥੇ ਜਿਹੜੇ ਪ੍ਰੋਫਿਟੇਬਲ ਤੁਹਾਡੇ ਐਂਟਰਪ੍ਰਾਈਜ਼ਸ ਹੈਗੇ ਆ, ਰੇਲਵੇ ਦਾ ਲਾਲੂ ਨੇ ਉਹਨੂੰ ਪ੍ਰੋਫਿਟੇਬਲ ਕੀਤਾ ਸੀਗਾ, ਉਹ ਅੱਜ ਵੀ ਹੋ ਸਕਦੀ ਆ। ਇੰਨੇ ਵੱਡੇ ਪੱਧਰ ਤੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ, ਉਹ ਸਾਰਿਆਂ ਨੂੰ ਦੂਜਿਆਂ ਨੂੰ ਫੜਾਉਣਾ, ਏਅਰਵੇਜ਼ ਨੂੰ, ਤੁਹਾਡੇ ਏਅਰਪੋਰਟਸ ਨੂੰ, ਅਨਾਜ ਨੂੰ, ਕਿਹੜੀ ਚੀਜ਼ ਆ ਜਿਹੜੀ ਛੱਡੀ ਆ? BSNL ਨੂੰ ਵੇਚਣ ਨੂੰ ਫਿਰਦੇ ਆ, ਉਹਨੂੰ ਫੇਲ ਕਰਕੇ ਵੇਚਣਗੇ, ਕੌਡੀਆਂ ਦੇ ਭਾਅ ਵੇਚਣਗੇ। LIC ਦਾ ਵੀ ਆਪਣਾ ਸ਼ੇਅਰ ਜਿਹੜਾ ਹੈਗਾ ਉਹ ਦੇਤਾ ਹੈ ਇੰਸ਼ੋਰੈਂਸ, ਬਿਲਕੁਲ ਉਹੀ ਇੰਸ਼ੋਰੈਂਸ ਕੰਪਨੀਆਂ ਦਾ ਮੈਂ ਕਹਿ ਰਿਹਾ। ਠੀਕ ਹੈ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਦੇਸ਼ ਦੇ ਅੰਦਰ ਇਹ ਪਹਿਲੀ ਵਾਰੀ ਹੈ ਕਿ ਬਣੇ ਬਣਾਏ ਦੇਸ਼ ਦੀ ਜਾਇਦਾਦ ਨੂੰ, ਬਣੀ ਬਣਾਤੀ ਨੂੰ, ਜਿੱਥੇ ਆਮ ਲੋਕਾਂ ਨੂੰ ਨੌਕਰੀ ਮਿਲਦੀ ਹੈ, ਜਿੱਥੇ ਰਿਜ਼ਰਵੇਸ਼ਨ ਦਾ ਵੀ ਕੋਈ ਫਾਇਦਾ। ਪ੍ਰਾਈਵੇਟ ਸੈਕਟਰ ਤੇ ਰਿਜ਼ਰਵੇਸ਼ਨ ਹੈ ਹੀ ਨਹੀਂ, ਪਬਲਿਕ ਸੈਕਟਰ ਤੇ ਰਿਜ਼ਰਵੇਸ਼ਨ ਆ। ਸਰਕਾਰੀ ਨੌਕਰੀਆਂ ਜਿਹੜੇ ਗੌਰਮੈਂਟ ਅਦਾਰਿਆਂ 'ਚ ਵਾਈਟ ਕਾਲਰ ਜੌਬ ਹੈ ਉਹ ਤਾਂ ਹੈ ਨਹੀਂ। ਪਬਲਿਕ ਸੈਕਟਰ ਦੇ ਬਾਕੀ ਅਦਾਰਿਆਂ ਜਿਸ ਤਰ੍ਹਾਂ ਰੇਲਵੇ ਆ, BSNL ਆ, ਜਾਂ ਹੋਰ LIC, ਇਹਨਾਂ ਦੇ ਵਿੱਚ ਨੌਕਰੀਆਂ ਮਿਲਦੀਆਂ ਸੀ। ਉਹ ਸਾਰੇ ਦਾ ਸਾਰਾ ਭੋਗ ਪਾ ਕੇ ਕੁਛ ਤੇ ਦੇਸੀ ਕਾਰਪੋਰੇਟਾਂ ਨੂੰ, ਜਿਹੜੇ ਦੇਸੀ ਅੰਗਰੇਜ਼ ਆ, ਤੇ ਕੁਛ ਅਸਲੀ ਅੰਗਰੇਜ਼ ਯਾਨੀ ਮੇਰਾ ਮਤਲਬ ਜਿਹੜੇ
ਵਾਈਟ, ਭਾਵੇਂ ਉਹ ਅਮਰੀਕਨ ਹੋਣ, ਭਾਵੇਂ ਉਹ ਯੂਰਪੀਅਨ ਹੋਣ, ਸਾਡੇ ਤੇ ਇੱਥੇ ਅੰਗਰੇਜ਼ ਹੀ ਕਹਿ ਦਿੰਦੇ ਕੋਈ ਵੀ ਚਿੱਟਾ ਹੋਏ, ਉਹਨਾਂ ਨੂੰ ਫੜਾਈ ਜਾਂਦੇ ਆ, ਫੜਾਉਂਦੇ ਹੀ ਨਹੀਂ ਹੈ। ਕੋਠੇ ਚੜ ਕੇ ਮੋਦੀ ਜੀ ਆਵਾਜ਼ਾਂ ਮਾਰਦੇ ਆ ਵੀ ਆ ਮੈਂ ਰੈੱਡ ਕਾਰਪੇਟ ਵਿਛਾਤਾ, ਛੇਤੀ ਆ ਜਾਓ, ਸਾਡਾ ਘੋਰੜੂ ਵੱਜਾ, ਸਾਡੇ ਕੋਲ ਨਹੀਂ ਸਾਂਭਿਆ ਜਾਂਦਾ, ਜੋ ਲੁੱਟਣਾ ਮਾਲ ਲੁੱਟ ਲਓ ਬਸ। ਔਰ ਅਸੀਂ $5 ਟ੍ਰਿਲੀਅਨ ਇਕਨੋਮੀ ਬਣਾਉਣੀ ਹੈ, ਔਰ ਉਹ ਮੈਨੂੰ ਲੱਗਦਾ 2.5 ਵੀ ਨਹੀਂ ਰਹਿ ਗਈ, ਹਾਲਤ ਇਹ ਬਣਾਤੀ ਹੈ। ਇਸ ਲਈ ਆਰਥਿਕ ਪੱਧਰ ਦੇ ਉੱਤੇ ਮੈਂ ਪਹਿਲੀ ਗੱਲ ਤੁਹਾਨੂੰ ਦੱਸ ਦਿਆਂ, ਜੋ ਅੱਜ ਮੰਦਹਾਲੀ ਹੈਗੀ, ਬਹੁਤ ਵੱਡੇ ਪੱਧਰ ਤੇ ਕ੍ਰਾਈਸਿਸ ਹੈ, ਠੀਕ ਹੈ, ਇੱਕ ਸਾਲ ਵੀ ਨਹੀਂ ਗਗਨ ਚੱਲਣਾ, ਹੋਰ ਇੱਕ ਸਾਲ, ਇਹ 2024 ਦੀਆਂ ਗੱਲਾਂ ਕਰਦੇ ਆ ਤੇ ਗਾਂ ਹੋਰ ਪਤਾ ਨਹੀਂ ਕਿੱਥੇ ਤੱਕ ਜਾਣ ਦੀਆਂ ਗੱਲਾਂ ਕਰਦੇ ਆ। ਦੇਸ਼ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਸਾਲ ਹੋਰ ਚਲਾਉਣਾ ਬਹੁਤ ਔਖਾ, ਜਿਹਦਾ ਤੁਸੀਂ ਰੂਪ ਐਤਕੀ ਪਾਰਲੀਮੈਂਟ 'ਚ ਦੇਖ ਲਿਆ ਕਿ MP ਜਾ ਕੇ ਵਿਜੇ ਚੌਂਕ ਤੱਕ ਮੁਜ਼ਾਹਰੇ ਕਰਦੇ ਫਿਰਦੇ ਆ, ਕਿਸਾਨ ਸਾਰੇ ਉੱਥੇ ਬੈਠੇ ਆ, ਮਜ਼ਦੂਰ ਆ, ਟੀਚਰ ਸਾਰੇ ਬੈਠੇ ਆ, ਸਾਰਾ ਦੇਸ਼ ਹੀ ਸੜਕਾਂ ਦੇ ਉੱਤੇ ਬੈਠਾ ਆ। ਵੇਖ ਲਿਓ ਤੁਸੀਂ ਜਿਹੜੀਆਂ ਹੁਣ ਚੋਣਾਂ ਆਉਣੀਆਂ ਅਗਲੇ ਸਾਲ ਸ਼ੁਰੂ 'ਚ, ਉਦੋਂ ਬਾਅਦ ਇੱਕ ਤੋਂ ਬਾਅਦ ਦੂਜੇ ਸੂਬੇ ਦੇ ਜੇ ਪਟਾਕੇ ਨਾ ਪੈ ਗਏ ਤੇ ਤੁਸੀਂ ਮੈਨੂੰ ਪੁੱਛੋ। ਚਲੋ ਠੀਕ ਹੈ। ਅੱਛਾ ਕਲਸੀ ਸਾਹਿਬ, ਤੁਸੀਂ ਸਿੱਖਿਆ ਨੂੰ ਬਹੁਤ ਬਿਹਤਰ ਸਮਝਦੇ ਹੋ, ਚੀਜ਼ਾਂ ਜ਼ਿਆਦਾ, ਚਲੋ ਮਨਜੀਤ ਜੀ ਹੋਰਾਂ ਤੋਂ ਅਸੀਂ ਹੋਰ ਚੀਜ਼ ਪੁੱਛੀ ਹੈ, ਸਿੱਖਿਆ ਦੇ ਬਾਰੇ ਥੋੜਾ ਜਿਹਾ ਸਮਝਣਾ ਚਾਹਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਸਭ ਤੋਂ ਜ਼ਰੂਰੀ ਚੀਜ਼ ਹੈ, ਬਹੁਤ ਵੱਡੀ ਬੁਨਿਆਦ ਹੁੰਦੀ ਹੈ ਕਿਸੇ ਵੀ ਦੇਸ਼ ਦੀ ਤਰੱਕੀ ਦੇ ਲਈ। ਪਰ ਜਿਹੜਾ ਸਿੱਖਿਆ ਦੇ ਸਿਸਟਮ ਦੇ ਵਿੱਚ ਜੋ ਚੀਜ਼ਾਂ, ਖਾਸ ਤੌਰ ਤੇ ਐਜੂਕੇਸ਼ਨ ਜਿੰਨੀ ਮਹਿੰਗੀ ਹੋ ਗਈ ਹੈ, ਸਰਕਾਰੀ ਸਕੂਲਾਂ ਦਾ ਜੋ ਹਾਲ ਹੈ ਉਹ ਸਭ ਦੇ ਸਾਹਮਣੇ ਹੈ, ਤਾਂ ਇਹਨੂੰ ਕਿਵੇਂ ਦੇਖਦੇ ਹੋ? ਇੰਨੇ ਸਾਲਾਂ ਦੇ ਵਿੱਚ ਕੀ ਕੁਝ ਬਦਲਿਆ? ਹਾਲਾਂਕਿ ਕਿਹਾ ਬਹੁਤ ਜਾਂਦਾ ਹੈ ਦਿੱਲੀ ਵਾਲੇ, ਚਲੋ ਆਪਾਂ ਉਹ ਖੇਤਰੀ ਚੱਕਰ 'ਚ ਨਾ ਪਈਏ, ਪਰ ਮੋਟੇ ਤੌਰ ਤੇ ਆਪਾਂ ਜੇ ਇੱਕ ਨਟਸ਼ੈਲ ਕੱਢਣਾ ਹੋਵੇ। ਗਗਨ ਜੀ, ਪਹਿਲਾਂ ਤਾਂ ਮੈਂ ਰਿਚੁਅਲ ਦੇ ਤੌਰ ਤੇ, ਕਿਉਂਕਿ 75ਵੀਂ ਅਸੀਂ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਕੱਲ ਮਨਾਉਣ ਜਾ ਰਹੇ ਹੈਗੇ ਆ, ਠੀਕ ਹੈ, ਔਰ ਉਸ ਵਰ੍ਹੇਗੰਢ ਦੇ ਵਿੱਚ ਮੈਂ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ। ਮੁਬਾਰਕਬਾਦ ਬੇਸਿਕਲੀ ਜਦੋਂ ਮੈਂ ਸੋਚਦਾ ਕਿ ਸੱਚਮੁੱਚ ਮੁਬਾਰਕਾਂ ਦੇ ਰਿਹਾ, ਤਾਂ ਮੈਨੂੰ ਅੰਦਰੋਂ ਕਦੇ ਖੁਸ਼ੀ ਤੇ ਦਾ ਇਜ਼ਹਾਰ ਨਹੀਂ ਹੁੰਦਾ ਕਿ ਅਸੀਂ ਬਹੁਤ ਕਿਸੇ ਉਸ ਘਟਨਾ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਸਾਡੇ ਦੇਸ਼ ਦੇ ਗੌਰਵ ਨੂੰ, ਸਨਮਾਨ ਨੂੰ, ਠੀਕ ਹੈ ਕਿ ਅਸੀਂ 75 ਵਰ੍ਹੇ ਪਹਿਲਾਂ ਇੱਕ ਵੱਡਾ ਰਾਸ਼ਟਰੀ ਅੰਦੋਲਨ ਲੜ ਕੇ ਬਹੁਤ ਸਾਰੇ ਸਾਡੇ ਭਾਰਤੀਆਂ ਨੇ ਕੁਰਬਾਨੀਆਂ ਦੇ ਕੇ, ਤਸੀਹੇ ਸਹਿ ਕੇ ਉਸ ਆਜ਼ਾਦੀ ਨੂੰ ਪ੍ਰਾਪਤ ਕੀਤਾ, ਔਰ ਅਸੀਂ ਅੱਜ ਕਹਿੰਦੇ ਹਾਂ ਕਿ ਹਿੰਦੁਸਤਾਨ ਆਜ਼ਾਦ ਹੈ। ਪਰ ਮੈਨੂੰ ਲੱਗਦਾ ਕਿ ਅਸੀਂ ਇੱਕ ਜਿਹੜੇ ਸ਼ਾਸਕ ਸੀ, ਗੋਰਿਆਂ ਨੂੰ ਉਦੋਂ ਭਜਾਇਆ ਸੀ, ਪਰ ਭਾਰਤ ਵਿੱਚ ਕਾਲੇ ਅੰਗਰੇਜ਼ਾਂ ਦਾ ਰਾਜ ਜਿਹੜਾ ਹੈਗਾ ਮੁੜ ਸਥਾਪਿਤ ਹੋ ਗਿਆ। ਸ਼ੁਰੂ ਦਾ ਦੌਰ ਸਾਡਾ ਬਹੁਤ ਅੱਛਾ ਸੀ, ਜਿਵੇਂ ਮਨਜੀਤ ਜੀ ਨੇ ਨਹਿਰੂਵੀਅਨ ਪੀਰੀਅਡ ਦੀ ਗੱਲ ਕੀਤੀ ਹੈ। ਨਹਿਰੂਵੀਅਨ ਪੀਰੀਅਡ ਵਿੱਚ ਮੈਂ, ਕਿਉਂਕਿ ਭਾਰਤੀ ਸੰਵਿਧਾਨ ਦਾ ਵਿਦਿਆਰਥੀ ਹਾਂ, ਰਾਜਨੀਤੀ ਸ਼ਾਸਤਰ ਮੇਰਾ ਵਿਸ਼ਾ ਹੈ, ਤਾਂ ਅਸੀਂ ਜਦੋਂ ਭਾਰਤ ਦੀ ਆਜ਼ਾਦੀ ਨੂੰ ਦੇਖਦੇ ਹਾਂ ਤਾਂ ਅਸੀਂ ਸੰਵਿਧਾਨ ਦੀ ਦ੍ਰਿਸ਼ਟੀ ਤੋਂ ਹੀ 75 ਸਾਲਾਂ ਨੂੰ ਦੇਖਦੇ ਹਾਂ। ਸਾਡੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਲੱਗਿਆ ਸੀ ਕਿ ਸਾਡੇ ਭਾਰਤੀ ਜੋ ਸਾਡਾ ਸੰਵਿਧਾਨ ਹੈ, ਉਸ ਸੰਵਿਧਾਨ ਦੇ ਅੰਤਰਗਤ ਕਿਸ ਤਰ੍ਹਾਂ ਦਾ ਅਸੀਂ ਇੱਕ ਰਾਜ, ਭਾਰਤੀ ਰਾਜ ਨੂੰ ਸਥਾਪਿਤ ਕਰਨਾ ਚਾਹੁੰਦੇ। ਉਹ ਕਿਹਾ ਸੀ ਕਿ ਸੋਵਰਨ ਹੋਏਗਾ, ਇਹ ਸੋਸ਼ਲਿਸਟ ਹੋਏਗਾ, ਇਹ ਡੈਮੋਕ੍ਰੈਟਿਕ ਹੋਏਗਾ, ਇਹ ਰਿਪਬਲਿਕਨ ਗਵਰਨਮੈਂਟ ਹੋਵੇਗੀ, ਠੀਕ ਹੈ। ਤਾਂ ਇਹ 5 ਸੀ ਬੇਸਿਕ, ਔਰ ਨਾਲ ਕਿਹਾ ਸੀ ਕਿ ਅਸੀਂ ਨਿਆਂ ਦੇਵਾਂਗੇ ਸਮਾਜਿਕ, ਆਰਥਿਕ ਤੇ ਰਾਜਨੀਤਿਕ। ਇਹਨਾਂ ਸਾਰਿਆਂ ਦੀ ਨਜ਼ਰ ਵਿੱਚ ਦੇਖੀਏ ਤਾਂ ਮੈਨੂੰ ਕਦੇ ਨਿਰਦੇਸ਼ਕ ਸਿਧਾਂਤਾਂ ਦੇ 2 ਆਸਪੈਕਟ ਨੇ ਜਿਹੜੇ ਯਾਦ ਆਉਂਦੇ ਨੇ, ਕਿ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ 2 ਆਰਟੀਕਲ ਨੇ 39, 20 ਤੇ ਸੀ, ਜਿਹੜੇ ਕਹਿੰਦੇ ਆ ਕਿ ਰਾਸ਼ਟਰ ਦੀ ਆਮਦਨ ਨੂੰ ਕੁਝ ਹੱਥਾਂ ਵਿੱਚ ਕੇਂਦਰਿਤ ਨਹੀਂ ਹੋਣ ਦਿੱਤਾ ਜਾਵੇਗਾ, ਠੀਕ ਹੈ। ਇਹ ਸਾਡਾ, ਜਿਹਨੂੰ ਫੰਡਾਮੈਂਟਲ ਰਾਈਟਸ ਤੋਂ ਵੀ ਉੱਪਰ ਦਿੱਤਾ, ਫੰਡਾਮੈਂਟਲ ਰਾਈਟਸ ਤੋਂ ਵੀ ਇਸ ਨਿਰਦੇਸ਼ਕ ਸਿਧਾਂਤਾਂ ਨੂੰ ਉੱਪਰਲਾ ਦਰਜਾ ਦਿੱਤਾ ਗਿਆ ਸੀਗਾ। ਦੂਸਰਾ ਕਿਹਾ ਗਿਆ ਸੀ ਕਿ ਦੇਸ਼ ਦੇ ਭੌਤਿਕ ਸਾਧਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਵੇਗੀ ਕਿ ਇਸ ਦਾ ਲਾਭ ਹਰੇਕ ਭਾਰਤੀ ਤੱਕ ਪਹੁੰਚੇ। ਤੇ ਜਦੋਂ ਮੈਂ ਇਸ ਆਦਰਸ਼ਾਂ ਨੂੰ ਦੇਖਦਾ ਤਾਂ ਉਹ ਸਾਰੇ ਆਦਰਸ਼ ਕਿਤੇ ਗਵਾਚ ਗਏ, ਜੋ ਸਾਡੇ ਸੰਵਿਧਾਨ ਵਿੱਚ ਲਿਖੇ ਗਏ ਸੀਗੇ, ਉਹ ਆਦਰਸ਼ ਕਿਤੇ ਦਿਸਦੇ ਨਹੀਂ। ਨਾ ਉਹ ਡੈਮੋਕ੍ਰੇਸੀ ਹੈ, ਨਾ ਉਹ ਸੈਕੂਲਰ ਕਰੈਕਟਰ ਇਹਨਾਂ ਨੇ ਰਹਿਣ ਦਿੱਤਾ ਹੈ, ਨਾ ਇਹਨਾਂ ਨੇ ਜਿਹੜਾ ਹੈਗਾ ਸੋਸ਼ਲਿਸਟ ਦਾ, ਜੋ ਮਨਜੀਤ ਜੀ ਨੇ ਪਹਿਲਾਂ ਕਹਿਤਾ ਕਿ ਅਸੀਂ ਸ਼ੁਰੂ ਵਿੱਚ ਇੱਕ ਮਿਕਸਡ ਇਕਨੋਮੀ ਦਾ ਆਚਰਣ ਲੈ ਕੇ ਚੱਲੇ ਸੀ, ਉਸ ਮਿਕਸਡ ਇਕਨੋਮੀ ਦੇ ਵਿੱਚੋਂ ਉਹ ਰਸਤਾ ਹੀ ਸੋਸ਼ਲਿਸਟ, ਜਿਹੜੀਆਂ ਚੀਜ਼ਾਂ ਸੋਚੀਆਂ ਗਈਆਂ ਸੀ ਉਹ ਬਿਲਕੁਲ ਉਹਨਾਂ ਲੀਹਾਂ ਦੇ ਉੱਤੇ ਨਹੀਂ ਤੁਰੇ ਆਗੂ, ਠੀਕ ਹੈ। ਇੱਕ ਮੈਂ ਸਿੱਖਿਆ ਦੇ ਜ਼ਰੂਰ ਕਹਿ ਦਿੰਦਾ ਕਿ ਸਿੱਖਿਆ ਦਾ ਸਾਡਾ ਜੋ ਨਹਿਰੂਵੀਅਨ ਪੀਰੀਅਡ ਦੇ ਵਿੱਚ ਸਾਡੇ ਭਾਰਤੀ ਸੰਵਿਧਾਨ ਵਿੱਚ ਨਾ ਇੱਕ ਸਾਨੂੰ 10 ਫੰਡਾਮੈਂਟਲ ਡਿਊਟੀਜ਼ ਦਿੱਤੀਆਂ ਗਈਆਂ, ਧਾਰਾ 51A ਦੇ ਥੱਲੇ। ਉਹਨਾਂ ਚੋਂ ਇੱਕ ਸਾਡੀ ਡਿਊਟੀ ਹੈ ਹਰ ਇੱਕ ਭਾਰਤੀ ਦੀ ਕਿ ਅਸੀਂ ਟੂ ਡਿਵੈਲਪ ਹਿਊਮਨਿਜ਼ਮ
ਤੇ ਨਾਲ ਹੈ ਕਿ ਅਸੀਂ ਇੱਕ ਸਾਇੰਟੀਫਿਕ ਟੈਂਪਰਾਮੈਂਟ ਡਿਵੈਲਪ ਕਰਾਂਗੇ। ਠੀਕ ਹੈ ਕਿ ਇੱਕ ਹਰੇਕ ਭਾਰਤੀ ਦੇ ਵਿੱਚ ਮਨੋਵਿਗਿਆਨਕ ਸੋਚ ਹੋਵੇਗੀ ਤੇ ਮਾਨਵੀ ਸੋਚ ਹੋਵੇਗੀ। ਤਾਂ ਜਿਹੜਾ ਉਹ ਸਾਡਾ ਸਾਇੰਟੀਫਿਕ ਟੈਂਪਰਾਮੈਂਟ ਹੈ ਉਹ ਅੱਜ ਦੇ ਦੌਰ ਵਿੱਚ ਕਿਤੇ ਮੈਨੂੰ ਲੱਗਦਾ ਨਹੀਂ, ਜੋ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਸ ਪਾਲਿਸੀ ਦੇ ਵਿੱਚ ਸਾਇੰਟੀਫਿਕ ਟੈਂਪਰਾਮੈਂਟ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਗੋਂ ਸਾਡੇ ਜਿਹੜੇ ਪੁਰਾਣੇ ਸਾਡੇ HRD ਮਿਨਿਸਟਰ ਸੀ ਉਹ ਕਹਿੰਦੇ ਸੀ ਕਿ ਜੋਤਿਸ਼ ਤੋਂ ਵੱਡਾ ਕੋਈ ਵਿਗਿਆਨ ਨਹੀਂ ਹੁੰਦਾ। ਚਲੋ ਠੀਕ ਹੈ ਕਲਸੀ ਸਾਹਿਬ, ਮੈਂ ਮੰਤਰੀ ਇਹ ਗੱਲ ਜੀ ਮੈਂ ਵਾਪਸ ਆਵਾਂਗਾ ਤੁਹਾਡੇ ਕੋਲ। ਸੁਖਵਿੰਦਰ ਸਿੰਘ ਸੇਖੋਂ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਮਾਹਰ ਹੈਗੇ ਨੇ ਰਾਜਨੀਤਿਕ ਮਸਲੇ। ਸੇਖੋਂ ਸਾਹਿਬ ਸਵਾਗਤ ਹੈ ਸਾਡੇ ਨਾਲ, ਤੁਸੀਂ ਵੀ ਜੁੜੇ ਹੋ। ਔਰ ਸੇਖੋਂ ਸਾਹਿਬ ਤੁਹਾਡੇ ਤੋਂ ਇੱਕ ਚੀਜ਼ ਸਮਝਣੀ ਚਾਹਾਂਗੇ, ਗੱਲਬਾਤ ਕਰ ਰਹੇ ਹਾਂ ਕਿ ਇੰਨੇ ਦਹਾਕੇ 7 ਦਹਾਕਿਆਂ ਤੋਂ ਵੱਧ ਦਾ ਸਮਾਂ ਹੋਇਆ ਮੁਲਕ ਨੂੰ ਆਜ਼ਾਦ ਹੋਏ, ਤੇ ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਅੱਜ ਵੀ ਰਾਜਨੀਤੀ ਪਿੰਡਾਂ ਦੀ ਗੱਲ ਕਰੀਏ, ਸ਼ਹਿਰਾਂ ਦੀ ਗੱਲ ਕਰੀਏ, ਉਹਨਾਂ ਚੀਜ਼ਾਂ ਦੇ ਉੱਤੇ ਹੀ ਖੜੀ ਹੈ। ਕੱਚੀਆਂ ਨਾਲੀਆਂ ਪੱਕੀਆਂ ਕਰਾ ਲਓ, ਸਟਰੀਟ ਲਾਈਟਾਂ ਲਵਾ ਲਓ, ਲੋਕ ਅਜੇ ਵੀ ਉਹਨਾਂ ਚੀਜ਼ਾਂ ਦੇ ਮੀਲ ਪੱਥਰ ਅਗਲੇ ਨੇ, ਕਿਤੇ ਤੋੜ ਕੇ ਬਣਾਈਆਂ ਜਾ ਰਹੀਆਂ ਨੇ, ਕਿਤੇ ਟੁੱਟੀਆਂ ਵੀ ਨਹੀਂ ਬਣ ਰਹੀਆਂ। ਤਾਂ ਮਿਆਰ ਕਿੱਥੇ ਕੁ ਖੜਾ ਦੇਖਦੇ ਹੋ? ਉਹ ਜ਼ਰੂਰਤ ਇਹ ਆ ਵੀ ਐਜੂਕੇਸ਼ਨ ਸਭ ਨੂੰ ਚਾਹੀਦੀ ਆ, ਚਾਹੀਦਾ ਐਮਪਲਾਇਮੈਂਟ ਚਾਹੀਦੀ, ਰੁਜ਼ਗਾਰ ਚਾਹੀਦਾ ਸਾਰਿਆਂ ਨੂੰ, ਤੇ ਸਿਹਤ ਸਹੂਲਤਾਂ ਮੁਫਤ ਚਾਹੀਦੀਆਂ ਤੇ ਸਾਰਿਆਂ ਨੂੰ ਚਾਹੀਦੀਆਂ, ਸਰਵਵਿਆਪੀ ਉਹਦਾ ਪ੍ਰਸਾਰ ਕੀਤਾ ਜਾਣਾ ਚਾਹੀਦਾ। ਇਹ ਤੋਂ ਬਗੈਰ ਇਹ ਸੰਭਵ ਨਹੀਂ ਹੈ। ਹੁਣ ਉਹਦੇ ਲਈ ਆ ਕਰੋਨਾ ਮਹਾਮਾਰੀ ਚ ਅਸੀਂ ਇੱਕ ਟੈਸਟ ਦੇ ਤੌਰ ਤੇ ਦੇਖ ਲਿਆ, ਜਿੱਥੇ ਪਬਲਿਕ ਸੈਕਟਰ, ਜਿੱਥੇ ਗਵਰਨਮੈਂਟ ਸੈਕਟਰ ਦੇ ਵਿੱਚ ਹੈਲਥ ਸਿਸਟਮ ਸੀ, ਉੱਥੇ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਉਹ ਸਿਸਟਮ ਸਫਲ ਰਿਹਾ। ਭਾਰਤ ਵਿੱਚ ਹੀ ਕੇਰਲਾ ਚ ਸਾਡੀ ਸਰਕਾਰ ਆ, ਸਾਡੀ ਪਾਰਟੀ ਦੀ ਅਗਵਾਈ ਚ, ਉਹਨਾਂ ਸਭ ਤੋਂ ਪਹਿਲਾਂ ਉੱਥੇ ਆਇਆ ਔਰ ਉਹਨਾਂ ਨੇ ਕਰੋਨਾ ਨੂੰ ਸਭ ਤੋਂ ਵੱਧ ਮਤਲਬ ਠੀਕ ਤਰੀਕੇ ਨਾਲ ਦੇਖਿਆ, ਜਿਹਨੂੰ ਵਰਲਡ ਪਬਲਿਸਿਟੀ ਮਿਲੀ ਇਸ ਸਵਾਲ ਦੇ ਉੱਤੇ, ਤੇ ਸਰਕਾਰ ਨੇ ਠੀਕ ਦੇਖਿਆ। ਠੀਕ ਹੈ, ਰੀਜ਼ਨ ਹੋਰ ਵੀ ਹੈ। ਚਲੋ ਬਈ ਠੀਕ ਹੈ ਸੇਖੋਂ ਸਾਹਿਬ ਤੁਹਾਡੇ ਕੋਲ, ਸੇਖੋਂ ਸਾਹਿਬ ਵਾਪਸ ਆਨੇ, ਤੁਹਾਡੇ ਕੋਲ ਥੋੜੀ ਡਿਸਟਰਬੈਂਸ ਵੀ ਹੈ। ਆਪਾਂ ਠੀਕ ਹੈ ਸੇਖੋਂ ਸਾਹਿਬ ਤੁਹਾਡਾ ਲੈ ਲਿਆ ਆਪਾਂ ਮਨਜੀਤ ਜੀ ਤੋਂ ਮਿਲੇ। ਮਨਜੀਤ ਜੀ, ਮੁਲਕ ਦੇ ਵਿੱਚ ਸਭ ਤੋਂ ਕਿਸੇ ਵੀ ਮੁਲਕ ਦੀ ਮੈਨੂੰ ਲੱਗਦਾ ਕਿ ਤਰੱਕੀ ਲਈ, ਖੁਸ਼ਹਾਲੀ ਲਈ, ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਐਜੂਕੇਸ਼ਨ ਤੇ ਜਿਹੜਾ ਮੈਡੀਕਲ ਸੈਕਟਰ ਦੇ ਉੱਤੇ ਕੰਮ ਹੋਣਾ ਬਹੁਤ ਲੋੜ ਹੈ। ਇਹਦੇ ਲਈ ਲੋਕ ਕੈਨੇਡਾ ਭਜਦੇ ਨੇ, ਪ੍ਰਵਾਸ ਕਰਦੇ ਨੇ, ਉੱਥੇ ਦੋਨੋਂ ਚੀਜ਼ਾਂ ਦੀ ਬੜੀ ਸਿਕਿਉਰਿਟੀ ਹੈ। ਔਰ ਆਪਣੇ ਮੁਲਕ ਦੇ ਵਿੱਚ ਸਭ ਤੋਂ ਮਹਿੰਗੀਆਂ ਇਹੀ ਚੀਜ਼ਾਂ ਨੇ। ਜੇ ਆਮ ਬੰਦੇ ਨੂੰ ਇਲਾਜ ਕਰਾਉਣਾ ਪੈ ਜੇ, ਮੈਨੂੰ ਲੱਗਦਾ ਕਿ ਕਈ ਸਾਲਾਂ ਦੀ ਜਿਹੜੀ ਸਾਰੀ ਸੇਵਿੰਗ ਹੈ ਖਤਮ ਹੋ ਜਾਂਦੀ ਹੈ। ਤੇ ਬੱਚਿਆਂ ਦੀ ਐਜੂਕੇਸ਼ਨ ਦਾ ਬਹੁਤ ਫਿਕਰ ਹੈ। ਹਰ ਇੱਕ ਮਾਪੇ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਵੀ ਡੋਨੇਸ਼ਨਾਂ ਨੇ, ਤੇ ਨੌਕਰੀਆਂ ਦਾ ਤੁਹਾਨੂੰ ਹਾਲ ਪਤਾ ਹੀ ਹੈ। ਕਿਸੇ ਵੀ ਜਿਹੜਾ ਜਮਹੂਰੀ ਦੇਸ਼ ਹੈਗਾ, ਜਿਹਨੂੰ ਲੋਕਤੰਤਰਿਕ ਦੇਸ਼ ਕਹਿੰਦੇ ਆ, ਮੈਂ ਸਾਰਿਆਂ ਦਾ ਸਰਵੇ ਕਰਕੇ ਦੇਖਿਆ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇੰਗਲੈਂਡ, ਈਵਨ ਸਕੈਂਡੀਨੇਵੀਅਨ ਕੰਟਰੀਜ਼, ਤੁਸੀਂ ਸਾਰਿਆਂ ਦਾ ਸਰਵੇ ਕਰਕੇ ਦੇਖ ਲਓ। ਇਹਨਾਂ ਸਾਰਿਆਂ ਹੀ ਦੇਸ਼ਾਂ ਦੇ ਵਿੱਚ ਘੱਟੋ ਘੱਟ ਜਿਹੜੀ ਸਕੂਲ ਐਜੂਕੇਸ਼ਨ ਆ 95% ਤੱਕ ਸਰਕਾਰੀ ਸਕੂਲ ਐਜੂਕੇਸ਼ਨ ਹੈ। ਜਾਣੀ ਸਾਰੀ ਦੀ ਸਾਰੀ ਸਕੂਲ, ਭਾਵੇਂ ਉਹ ਪ੍ਰਾਈਵੇਟ ਸਟੈਂਡਰਡ ਨੂੰ, ਇੰਸਟੀਟਿਊਸ਼ਨ ਨੂੰ ਮੇਨਟੇਨ ਕਰਕੇ ਤੇ ਉਹਨਾਂ ਦੀਆਂ ਟੀਚਰਾਂ ਦੀਆਂ ਸਾਰੀਆਂ ਤਨਖਾਹਾਂ ਦੇਣ, ਉਹਨੂੰ ਓਵਰਸੀ ਕਰਨ, ਭਾਵੇਂ ਉਹ ਸਿੱਧੇ ਗਵਰਨਮੈਂਟ ਸਕੂਲ ਹੋਣ, ਜ਼ਿਆਦਾਤਰ ਸਿੱਧੇ ਗਵਰਨਮੈਂਟ ਸਕੂਲ ਹੈਗੇ ਆ। ਇੰਗਲੈਂਡ ਤੋਂ ਲੈ ਕੇ ਜਰਮਨੀ, ਫਰਾਂਸ, ਸਾਰੇ ਅਮਰੀਕਾ ਦੇਖ ਲਓ, ਜਿਹਨੂੰ ਨੇਬਰਹੁੱਡ ਸਕੂਲ ਕਹਿੰਦੇ ਆ। ਇੱਥੇ ਸਾਡੇ ਇਹ ਸਾਰੇ ਦਾ ਸਾਰਾ ਵੱਡਾ ਖਿਲਵਾੜ ਕਿ ਸਰਕਾਰ ਪਿਛਾਂ ਹਟ ਗਈ ਆ ਔਰ ਦੁਕਾਨਾਂ ਖੁੱਲ ਗਈਆਂ ਇਸ ਵੇਲੇ। ਸਿਰਫ 47 ਗਵਰਨਮੈਂਟ ਕਾਲਜ ਆ ਪੰਜਾਬ ਦੇ ਅੰਦਰ, ਤੇ ਟੋਟਲ ਕਾਲਜ ਜਿਹੜੇ ਆ 600 650 ਆ। ਮਤਲਬ ਇਹ ਹਾਲਤ ਆ। ਔਰ ਮੈਨੂੰ ਤੁਸੀਂ ਹੈਰਾਨ ਆ ਅੰਕੜੇ ਆ, ਪਰਸੋਂ ਪ੍ਰੋਟੈਸਟ ਕਰਕੇ ਹਟੇ ਅਸੀਂ ਸਕੂਲ ਐਜੂਕੇਸ਼ਨ DPI ਦੇ ਸਾਹਮਣੇ, 11 ਗਵਰਨਮੈਂਟ ਕਾਲਜਾਂ 'ਚ ਇੱਕ ਵੀ ਰੈਗੂਲਰ ਟੀਚਰ ਨਹੀਂ, ਔਰ ਇੱਕ ਹੋਰ ਉਦੋਂ ਅੱਗੇ 11 ਕਾਲਜਾਂ 'ਚ ਸਿਰਫ ਇੱਕ ਟੀਚਰ ਹੈਗਾ ਰੈਗੂਲਰ। ਇਹ ਦੇਸ਼ ਦੀ ਹਾਲਤ ਬਣਾਤੀ ਇਹਨਾਂ ਲੋਕਾਂ ਨੇ, ਜਾਣੀ ਤਬਾਹ ਕਰਕੇ ਰੱਖਤਾ ਸਾਡਾ। ਅੱਛਾ ਮਨਜੀਤ ਜੀ, ਇੱਕ ਛੋਟੀ ਚੀਜ਼ ਇੱਥੇ ਐਡ ਕਰਦਾ, ਤੁਹਾਨੂੰ ਤਾਂ ਸ਼ਾਇਦ ਜ਼ਿਆਦਾ ਮੇਰੇ ਤੋਂ ਬਿਹਤਰ ਪਤਾ ਹੋਵੇਗਾ। ਬੀਤੇ ਸਮੇਂ ਦੇ ਵਿੱਚ ਇੱਕ ਸਰਕੂਲਰ ਆਇਆ ਸੀਗਾ, ਸਰਕਾਰੀ ਕਾਲਜਾਂ ਤੋਂ ਫੰਡ ਮੰਗੇ ਗਏ ਸੀ, ਕਹਿੰਦੇ ਨਵੇਂ ਸਰਕਾਰੀ ਕਾਲਜ ਹੋਰ ਖੋਲ੍ਹੇ ਨੇ। ਨਹੀਂ, ਇਹ ਤਾਂ ਹੁਣ ਇਹਨਾਂ ਦਾ ਬੇਸ਼ਰਮੀ ਹੋ ਗਈ ਆ ਨਾ। ਅਸਲ 'ਚ ਜਿਹੜਾ ਸਟੇਟ ਵੈਲਫੇਅਰਿਜ਼ਮ ਆ, ਸਾਡੀ ਵੈਲਫੇਅਰ ਸਟੇਟ ਆ, ਉਹਨਾਂ ਦੀਆਂ ਬੇਸਿਕ 2 ਜ਼ਰੂਰਤਾਂ ਆ। ਸਾਰੀਆਂ ਸਟੇਟਾਂ ਨੇ ਕੀਤੀਆਂ, ਮੈਂ ਤੁਹਾਨੂੰ ਦੱਸੀ ਜਾਣਾ, ਯੂਰਪ ਹੋਇਆ, ਕਿਤੇ ਵੀ ਹੋਇਆ, ਈਵਨ ਗਰੀਬ ਤੋਂ ਗਰੀਬ ਦੇਸ਼ ਵੀ ਇਹ ਪੂਰੀਆਂ ਕਰਦੇ ਆ ਕਿ ਹੈਲਥ, ਸਿਹਤ ਤੇ ਜਿਹੜੀ ਪੜ੍ਹਾਈ ਹੈ, ਇਹ ਅਸੀਂ ਦੋਵੇਂ ਚੀਜ਼ਾਂ ਹਰ ਬੰਦੇ ਨੂੰ ਮੁਹੱਈਆ ਕਰਾਉਣੀਆਂ। ਜੇ ਕੋਈ 2-4-5% ਇੱਧਰੋਂ ਉੱਧਰੋਂ ਕੋਈ ਬਹੁਤ ਹੀ ਪ੍ਰਾਈਵੇਟ ਜਾਣਾ ਚਾਹੁੰਦੇ ਚਲੇ ਜਾਣ, ਬਾਕੀ ਚੰਗੀ ਕੁਆਲਿਟੀ, ਮਿਆਰੀ ਸਿੱਖਿਆ
ਤੇ ਮਿਆਰੀ ਸਿਹਤ ਸੇਵਾਵਾਂ, ਇਹ ਨਹੀਂ ਕਿ ਰਿਚੁਅਲ। ਹੁਣ ਇੱਥੇ ਵੱਡੇ ਵੱਡੇ ਮਲਟੀਨੈਸ਼ਨਲ ਕਾਰਪੋਰੇਟ ਦੇ ਹਸਪਤਾਲ ਖੁੱਲ ਗਏ ਆ, ਇੱਕ ਵਾਰੀ ਅੰਦਰ ਵੜ ਜਾਓ ਸਹੀ ਤੁਹਾਡੇ ਕੱਪੜੇ ਲਾ ਕੇ ਰੱਖ ਲੈਂਦੇ ਆ, ਇਹ ਹਾਲਤ ਆ, ਬੰਦੇ ਦੀ ਲਾਸ਼ ਤੱਕ ਨਹੀਂ ਦਿੰਦੇ। ਇਹ ਜਿਹੜਾ ਸਾਡਾ ਸਾਰਾ ਸਿਸਟਮ ਬਣਿਆ, ਇੱਕ ਤੇ ਇਹ ਬਹੁਤ ਵੱਡਾ ਫੇਲਰ ਆ। ਜੇ ਤੁਹਾਡੇ ਕੋਲ ਟਾਈਮ ਹੈਗਾ ਤੇ ਮੈਂ ਨਿੱਕੀ ਜੀ ਗੱਲ ਇੱਕ ਹੋਰ ਕਹਿਣੀ ਚਾਹੁੰਦਾ। ਜਿਸ ਦਿਨ ਸੰਵਿਧਾਨ ਬਣਿਆ ਸੀ, ਉਹਨਾਂ ਦੇ ਨਿਰਮਾਤਾ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਇੱਕ ਖਦਸ਼ਾ ਪ੍ਰਗਟ ਕੀਤਾ ਸੀ। ਉਹ ਇਹ ਸੀ ਕਿ ਸੰਵਿਧਾਨ ਤੇ ਅਸੀਂ ਸੈਕੂਲਰ ਬਹੁਤ ਸੋਹਣਾ ਬਣਾ ਦਿੱਤਾ, ਪਰ ਮੈਨੂੰ ਉਮੀਦ ਨਹੀਂ ਇਹ ਧਰਾਤਲ ਤੇ ਉਤਰੂਗਾ ਤੇ ਲਾਗੂ ਹੋਊਗਾ। ਕਾਰਨ ਸਾਡੇ ਦੇਸ਼ ਦੇ ਅੰਦਰ ਜਾਤੀਗਤ ਨਫ਼ਰਤ, ਇੱਕ ਬੇਵਿਸ਼ਵਾਸੀ ਇੰਨੀ ਜ਼ਿਆਦਾ ਭਾਰੂ ਹੈ ਕਿ ਉਹਨੂੰ ਤੋੜਨ ਲਈ ਇੱਕ ਆਪਣਾ ਵੱਡੇ ਪੱਧਰ ਤੇ ਸਮਾਜਿਕ ਇਨਕਲਾਬ ਦੀ ਲੋੜ ਹੈ, ਜਿਹੜਾ ਕਿ ਇਸ ਵੇਲੇ ਮਿਸਿੰਗ ਹੈ। ਕਿ ਜਿੰਨਾ ਹੱਥ ਸੱਤਾ ਚਲੇ ਗਈ ਹੈ ਉਹ ਰਿਜ਼ਰਵੇਸ਼ਨ ਤੇ ਦੇ ਦੇਣਗੇ, ਪਰ ਉਹ ਇਨਕਲਾਬ ਨਹੀਂ ਹੋਣ ਦੇਣਗੇ। ਉਹ ਪੰਜਾਬ ਦੀ ਧਰਤੀ ਤੇ ਵੀ ਹੈ, ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਹੈਗੇ ਆ, ਉੱਥੇ ਵੀ ਜਾਤਵਾਦ ਹੈਗਾ। ਬਾਕੀ ਤੇ ਤੁਸੀਂ ਛੱਡ ਹੀ ਦਿਓ ਕਿ ਕਿੰਨਾ ਵਾਧਿਆ। ਜੇ ਅਸੀਂ ਇਸ ਨੂੰ ਤੋੜ ਨਹੀਂ ਸਕਦੇ ਤੇ ਆਜ਼ਾਦੀ ਦੇ ਮਾਨੇ ਅਧੂਰੇ ਆ। ਬਿਲਕੁਲ ਠੀਕ ਹੈ। ਅੱਛਾ ਕਲਸੀ ਸਾਹਿਬ, ਇੱਕ ਚੀਜ਼ ਇਹ ਵੀ ਹੈ, ਆਮ ਤੌਰ ਤੇ ਚੀਜ਼ਾਂ ਕਹੀਆਂ ਜਾਂਦੀਆਂ ਨੇ, ਬਹੁਤ ਪ੍ਰਚਾਰਿਆ ਵੀ ਜਾਂਦਾ ਹੈ, ਕਹਿੰਦੇ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਲੋਕ ਚੁਣਦੇ ਨੇ ਤੇ ਲੋਕਾਂ ਦੇ ਵੈਲਫੇਅਰ ਲਈ ਹੁੰਦੀਆਂ ਨੇ, ਲੋਕਾਂ ਲਈ ਕੰਮ ਕਰਦੀਆਂ। ਪਰ ਹੁਣ ਜਿਹੜਾ ਨਿਜ਼ਾਮ ਦੇਖਣ ਨੂੰ ਮਿਲ ਰਿਹਾ, ਆਪਾਂ ਕਿਸੇ ਇੱਕ ਪਾਰਟੀਕੂਲਰ ਪਾਰਟੀ ਨੂੰ ਨਹੀਂ ਟਾਰਗੇਟ ਕਰਦੇ, ਪਰ ਜਿਹੜੀਆਂ ਚੀਜ਼ਾਂ ਵੱਡੇ ਤੌਰ ਤੇ ਦੇਖਣ ਨੂੰ ਮਿਲ ਰਹੀਆਂ ਨੇ, ਸਰਕਾਰਾਂ ਲੋਕਾਂ ਦੀ ਗੱਲ ਸੁਣਦੀਆਂ ਹੀ ਨਹੀਂ। ਹਰ ਚੀਜ਼ ਦੇ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਨੇ। ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, 8 ਮਹੀਨੇ ਤੋਂ ਉੱਪਰ ਦਾ ਟਾਈਮ ਹੋ ਗਿਆ। ਸਾਰਿਆਂ ਨੂੰ ਪਤਾ ਕਿੱਦਾਂ ਦੀ ਚੀਜ਼ ਹੈ, ਕਿੰਨਾ ਜਿਹੜਾ ਇੱਕ ਢੀਠਪੁਣਾ ਹੈ ਸਰਕਾਰਾਂ ਦੇ ਵਿੱਚ, ਜਾਂ ਕਹਿ ਲਈਏ ਕਿ ਤਾਨਾਸ਼ਾਹ ਰਵੱਈਆ, ਇਹ ਵੀ ਬਹੁਤ ਚੀਜ਼ਾਂ ਭਾਰੂ ਹੋ ਰਹੀਆਂ ਨੇ। ਜਿਵੇਂ ਜਿਵੇਂ ਸਮਾਂ ਬੀਤ ਰਿਹਾ, ਟੇਕ ਇਟ ਫॉर ਗ੍ਰਾਂਟਿਡ ਲਿੱਤਾ ਜਾ ਰਿਹਾ। ਗਗਨ ਜੀ, ਤੁਸੀਂ ਠੀਕ ਫਰਮਾਇਆ ਹੈਗਾ ਕਿ ਸਰਕਾਰਾਂ ਬੇਸਿਕਲੀ ਹੁੰਦੀਆਂ ਲੋਕਾਂ ਦੀ ਭਲਾਈ ਵਾਸਤੇ, ਲੋਕਤੰਤਰ ਦੇ ਵਿੱਚ ਖਾਸ ਤੌਰ ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਉਣਾ ਹੁੰਦਾ। ਪਰ ਅੱਜ ਦਾ ਜੋ ਨਿਜ਼ਾਮ ਹੈ, ਉਹ ਪੋਲੀਟੀਕਲ ਪਾਰਟੀਆਂ ਤੇ ਹਰੇਕ ਲੀਡਰ ਨੇ ਜਿਹੜੇ, ਉਹ ਕਹਿੰਦੇ ਨੇ ਕਿ ਸਾਡੇ ਵਾਸਤੇ ਨੇ, ਤਾਂ ਅਸੀਂ ਬਣ ਗਏ ਆ, ਅਸੀਂ ਲੁੱਟਣਾ ਹੈ, ਅਸੀਂ ਇਹ ਖਜ਼ਾਨੇ ਨੂੰ ਖਾਣਾ ਹੈ, ਆਪਣੀਆਂ ਪੈਨਸ਼ਨਾਂ, ਆਪਣੇ ਪੱਤੇ, ਆਪਣੀਆਂ ਗੱਡੀਆਂ, ਆਪਣੀਆਂ ਸਹੂਲਤਾਂ, ਸਭ ਕੁਝ ਉਹਨਾਂ ਵਾਸਤੇ। ਕੋਈ ਪੈਸੇ ਦੀ ਘਾਟ ਨਹੀਂ, ਪੈਸੇ ਦੀ ਇੱਕ ਭੋਰਾ ਵੀ ਕਮੀ ਨਹੀਂ ਹੈ। ਔਰ ਬੜੀ ਹੈਰਾਨੀ ਹੁੰਦੀ ਜਦੋਂ ਆਪਣੇ ਪੱਤੇ ਤੇ ਆਪਣੀਆਂ ਪੈਨਸ਼ਨਾਂ ਨੇ, ਤਨਖਾਹਾਂ ਨੇ ਜਿਹੜੀਆਂ, ਉਹ ਇਹ ਵਨ ਵਾਇਸ ਪਾਸ ਕਰਦੇ ਨੇ। ਸਹੀ ਗੱਲ ਹੈ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਿਬੇਟ, ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੁੰਦਾ। ਨਾ ਆਪੋਜੀਸ਼ਨ ਪਾਰਟੀ ਵੀ ਇਸ ਵਿੱਚ ਨਹੀਂ ਕਹਿੰਦੀ ਵੀ ਤੁਸੀਂ ਕਿਉਂ ਵਧਾ ਰਹੇ ਹੋ, ਕਿਉਂਕਿ ਉਹਨਾਂ ਨੂੰ ਮਿਲਣੇ ਹੁੰਦੇ ਆ। ਇਸ ਕਰਕੇ ਜਦੋਂ ਨਿਜ਼ਾਮ ਇਸ ਤਰ੍ਹਾਂ ਦਾ ਪੈਦਾ ਹੁੰਦਾ, ਤੁਸੀਂ ਇਹ ਵੀ ਸਾਡੇ ਵਾਸਤੇ ਬਿਲਕੁਲ ਕਲਸੀ ਸਾਹਿਬ, ਇੱਕ ਤਾਂ ਐਗਜ਼ਾਮਪਲ ਇਹ ਵੀ ਹੈ ਕਿ ਅਰਬਪਤੀ ਦੇ ਜਿਹੜੇ ਵਿਧਾਇਕ ਜਾਂ ਫਿਰ ਜਿਹੜੇ ਮੰਤਰੀ ਇੰਨੇ ਵਾਰ ਰਹਿ ਗਏ ਨੇ, ਟੈਕਸ ਉਹਨਾਂ ਦਾ ਸਰਕਾਰ ਭਰ ਰਹੀ ਹੈ। ਤਾਂ ਤੁਸੀਂ ਦੇਖੋ ਕਿ ਪਿੱਛੇ ਪੜਿਆ, 93 MLA ਦੀ ਜਿਹੜੀ ਇਨਕਮ ਟੈਕਸ ਪੰਜਾਬ ਦੇ ਵਿੱਚ, ਉਹ ਸਰਕਾਰ ਦੇ ਰਹੀ ਹੈ। ਵੀ ਪੈਸੇ ਤੁਸੀਂ ਲਓ, ਉਹਦਾ ਜਿਹੜਾ ਇਨਕਮ ਟੈਕਸ ਉਹ ਜਿਹੜੀ ਸਰਕਾਰ ਦੇਵੇ, ਕਿੱਥੇ ਲਿਖਿਆ ਹੁੰਦਾ? ਬੇਸਿਕਲੀ ਇਸ ਨੂੰ ਅਸੀਂ ਕ੍ਰੈਸ਼ ਆਫ ਇੰਟਰਸਟ ਕਹਿੰਦੇ ਆ। ਤੇ ਜਦੋਂ ਕ੍ਰੈਸ਼ ਆਫ ਇੰਟਰਸਟ ਹੁੰਦਾ, ਜਿਹੜਾ ਬੰਦਾ ਆਪ ਹੀ ਆਪ ਨੂੰ ਕਦੇ ਵੀ ਨਹੀਂ ਕਰ ਸਕਦਾ। ਮੈਂ ਸਪੋਜ਼ ਕਰੋ ਮੈਂ ਕੋਈ ਅਜਿਹਾ ਫੈਸਲਾ ਨਹੀਂ ਕਰ ਸਕਦਾ ਮੈਨੂੰ ਲਾਭ ਦਿੰਦਾ ਹੋਵੇ, ਤਾਂ ਇਹ ਸਾਰਾ ਕੁਝ ਜਿਹੜੇ ਵਿਧਾਨਕਾਰ ਨੇ, ਪੋਲੀਟੀਸ਼ੀਅਨਸ ਨੇ, ਅਜਿਹਾ ਕਰ ਨਹੀਂ ਸਕਦੇ ਕਾਨੂੰਨੀ ਤੌਰ ਤੇ, ਪਰ ਕਰ ਰਹੇ ਨੇ ਕਿਉਂਕਿ ਵਿਧਾਨਕਾਰ ਨੇ, ਕਾਨੂੰਨ ਇਹਨਾਂ ਨੇ ਬਣਾਉਣੇ ਨੇ। ਔਰ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਸ਼ਰਮ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ, ਸਾਨੂੰ ਲੋਕ ਦੇਖ ਰਹੇ ਹੈ। ਔਰ ਜਿਹੜੀ ਜਿੱਥੋਂ ਕਿਤੇ ਕਮਾਈ ਹੋਣੀ ਹੈ, ਚਾਹੇ ਉਹ ਤੁਹਾਡੀ ਰੇਤਾ ਬਜਰੀ ਹੈ, ਚਾਹੇ ਐਕਸਾਈਜ਼ ਹੈ, ਉਹ ਸਭ ਕੁਝ ਇਹਨਾਂ ਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ। ਈਵਨ ਬਹੁਤ ਸਾਰੀਆਂ ਅਜਿਹੇ ਸਾਡੇ ਕੋਲ ਐਗਜ਼ਾਮਪਲ ਨੇ ਕਿ ਜਦੋਂ ਜਿਹੜਾ ਸਰਕਾਰ ਕੋਈ ਜਿਵੇਂ ਟੈਂਡਰ ਕਰ ਰਹੀ ਹੈ, ਦੇਣ ਵਾਲਾ ਵੀ ਮੰਤਰੀ ਹੈ, ਲੈਣ ਵਾਲੇ ਵੀ ਉਸੇ ਦੀ ਜਿਹੜੀ ਹੈਗੀ ਹੈ, ਲੈਣ ਵਾਲੇ ਵੀ, ਠੀਕ ਹੈ ਨਾ। ਮਤਲਬ ਤੁਸੀਂ ਇਸ ਹੱਦ ਤੱਕ ਜਾ ਰਹੇ, ਅਸੀਂ ਬੇਸ਼ਰਮੀ ਦੀ ਹੱਦ ਜਾ ਰਹੀ ਹੈਗੀ ਆ ਕਿ ਸਭ ਕੁਝ ਜੋ ਸਰਕਾਰੀ ਖਜ਼ਾਨਾ ਉਹ ਸਿਰਫ ਰਾਜਨੀਤੀਵਾਨਾਂ ਵਾਸਤੇ ਹੈਗਾ। ਇਹਨੂੰ ਉਹਨਾਂ ਨੇ ਆਪਣੇ ਸਰਮਾਏ ਦੇ ਤੌਰ ਤੇ ਯੂਜ਼ ਕਰਨਾ, ਆਪਣਾ ਖਜ਼ਾਨੇ ਭਰਨੇ ਨੇ, ਲੋਕਾਂ ਦੀ ਭਲਾਈ ਦਾ, ਲੋਕਾਂ ਦੇ ਸਰੋਕਾਰ ਦਾ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਨਹੀਂ। ਕਿਉਂਕਿ ਉਹਨੂੰ ਲੱਗਦਾ ਹੁੰਦਾ ਇਲੈਕਸ਼ਨ 5 ਸਾਲ ਬਾਅਦ ਆਉਣੀ ਹੈ, ਅਸੀਂ ਝੂਠ ਬੋਲ ਕੇ ਪੈਸੇ ਦੇ ਜ਼ੋਰ ਤੇ, ਸ਼ਰਾਬ ਦੇ ਜ਼ੋਰ ਤੇ, ਨਸ਼ਿਆਂ ਦੇ ਜ਼ੋਰ ਤੇ ਜਿੱਤ ਲੈਣੀ ਹੈ, ਅਸੀਂ ਲੋਕਾਂ ਨੂੰ ਫਿਰ 5 ਸਾਲ ਇਸੇ ਤਰ੍ਹਾਂ। ਠੀਕ ਹੈ। ਅੱਛਾ ਮਨਜੀਤ ਜੀ, ਇੱਕ ਆਖਰੀ ਸਵਾਲ ਹੈ ਤੁਹਾਡੇ ਤੋਂ, ਬੜਾ ਬਰੀਫ ਦੇ ਵਿੱਚ ਇਹਦਾ ਆਨਸਰ ਲਵਾਂਗੇ, ਵਾਈਂਡ ਅਪ ਕਰਨਾ ਹੈ। ਹੁਣ 74 ਸਾਲ ਆਜ਼ਾਦੀ ਦੇ ਹੋ ਗਏ, ਕਦੇ 100 ਸਾਲ ਵੀ ਆਪਾਂ ਮਨਾਵਾਂਗੇ, ਤਾਂ ਜਿਸ ਹਿਸਾਬ ਦੇ ਨਾਲ ਹੁਣੇ ਹੀ ਮਹਿੰਗਾਈ ਹੈ, ਲੋਕਾਂ ਦਾ ਜੀਣਾ ਬਿਲਕੁਲ ਮੁਹਾਲ ਹੈ। ਕਿਉਂਕਿ ਅਸੀਂ ਰੋਜ਼ਮਰਾ ਲੋਕਾਂ ਦੇ ਨਾਲ ਵਿਚਰਦੇ ਹਾਂ, ਖਬਰਾਂ ਵੀ ਆਉਂਦੀਆਂ ਨੇ, ਅਲੱਗ-ਅਲੱਗ ਸ਼ਹਿਰਾਂ ਦਾ ਹਾਲ ਪਤਾ ਲੱਗਦਾ ਰਹਿੰਦਾ ਹੈ। ਤਾਂ ਵਿਧਾਇਕਾਂ ਦੀਆਂ ਗੱਡੀਆਂ ਜ਼ਰੂਰ ਬਦਲ ਜਾਂਦੀਆਂ ਨੇ, ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਚਲਾਉਣ ਵਾਲੇ ਨਹੀਂ ਹੈਗੇ। ਕੱਲੇ ਪੰਜਾਬ ਦੀ ਗੱਲ ਨਹੀਂ ਹੈ, ਜਦੋਂ ਕੋਵਿਡ ਹੋਇਆ ਤਾਂ ਤੁਸੀਂ ਦੇਖਿਆ ਕਿ ਕੀ ਆਲਮ ਰਿਹਾ, ਬਿਲਕੁਲ ਮੈਡੀਕਲ ਸਿਸਟਮ ਦੀ ਜਿਹੜਾ ਫੇਲੀਅਰ ਪਤਾ ਲੱਗਿਆ, ਐਂਬੂਲੈਂਸਾਂ ਨਹੀਂ ਹੈਗੀਆਂ। ਤਾਂ ਕਿੱਥੇ ਕੁ ਮੁਲਕ ਦਾ ਜਿਹੜਾ ਸਿਸਟਮ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਚੀਜ਼ਾਂ ਵਧਣਗੀਆਂ ਜਾਂ ਲੱਗਦਾ ਕਿ ਕਿਤੇ ਕੋਈ ਹੱਲ ਨਿਕਲ ਆਏਗਾ?
ਨਹੀਂ, ਮੈਂ ਤੁਹਾਨੂੰ ਸਾਫ਼ ਸ਼ਬਦਾਂ 'ਚ ਕਹਿਣਾ ਕਿ ਸਾਡਾ ਸਿਸਟਮ ਇੱਕ ਵਾਰੀ ਤਬਾਹ ਹੋਊਗਾ, ਉਦੋਂ ਬਾਅਦ ਇਹਦੇ 'ਚ ਇਹਦਾ ਨਵ ਨਿਰਮਾਣ ਹੋਊਗਾ। ਕਿਉਂ ਅਸੀਂ ਪੁੱਠੇ ਪਾਸੇ ਨੂੰ ਚੱਲ ਪਏ। ਅਸੀਂ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣ ਲਈ, ਜਾਤੀਆਂ ਨੂੰ ਹਟਾਉਣ ਦੀ ਜਗ੍ਹਾ ਜਾਤੀਆਂ ਦੇ ਸਰਵੇ ਕਰਕੇ ਉਹਨਾਂ ਨੂੰ ਲੜਾਉਣ ਲਈ ਆ ਹੁਣ ਰੌਲਾ ਪੈ ਰਿਹਾ ਕਿ ਜਾਤੀਆਂ ਦੇ ਸੈਂਸਸ ਕਰੋ। ਉਹ ਚੰਗੀ ਗੱਲ ਵੀ ਹੈ ਤੇ ਖਤਰਨਾਕ ਗੱਲ ਵੀ ਹੈ ਕਿ ਜੇ ਜਾਤੀਗਤੀ ਕਰਨਾ ਹੀ ਆ ਤੇ ਤੁਸੀਂ ਸਾਰਿਆਂ ਦਾ ਕਰ ਲਓ ਤੇ ਪਤਾ ਲੱਗ ਜੂ ਕਿਹੜਾ ਕਿੱਥੇ ਕਿੰਨਾ, ਕਿਹੜੀ ਪਾਵਰ 'ਚ ਕਿੰਨਾ ਲਈ ਬੈਠਾ। ਹੁਣ ਇਸ ਕਿਸਮ ਦਾ ਅਸੀਂ ਚਾਹੀਦਾ ਤੇ ਸੀ ਕਿ ਜਾਤੀਆਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਚੰਗਾ ਇਨਸਾਨ ਪੈਦਾ ਕਰਦੇ, ਜਿਹੜਾ ਇਨਸਾਨ ਨੂੰ ਇਨਸਾਨ ਤੌਰ ਤੇ ਦੇਖਦਾ। ਤੇ ਉਹ ਜਿਹੜਾ ਸਾਰਾ ਅਸੀਂ ਫੇਲ ਹੋ ਗਏ ਆ। ਦੂਜੇ ਪਾਸੇ ਅਸੀਂ ਉਲਟੇ ਪਾਸੇ ਚੱਲ ਪਏ ਆ ਕਿ ਸਾਡਾ ਹੁਣ ਦੂਜੇ ਵਿਦੇਸ਼ੀ ਜਿਨ੍ਹਾਂ ਨੂੰ ਮਾਰ ਕੁੱਟ ਕੇ ਅਸੀਂ ਇੱਥੇ ਕੱਢਿਆ, ਸ਼ਹੀਦੀਆਂ ਪਾ ਕੇ ਉਹਨਾਂ ਨੂੰ ਦੁਬਾਰਾ ਬੁਲਾ ਰਹੇ ਆ ਕਿ ਸਾਡੇ ਤੇ ਕਬਜ਼ਾ ਕਰੋ, ਔਰ ਸਾਡੇ ਤੇ ਉਹ ਖੁਸ਼ ਹੋ ਰਹੇ ਆ, ਉਹਨਾਂ ਨੂੰ ਹਰ ਕਿਸਮ ਦੀ ਰਾਹਤ ਦੇ ਰਹੇ ਆ, ਮੁਫਤ ਦੀਆਂ ਜ਼ਮੀਨਾਂ ਦੇ ਰਹੇ। ਇਨਵੈਸਟਰ ਸਮਿਟ ਕਰਾਏ ਜਾਂਦੇ ਨੇ, ਵਨ ਵਿੰਡੋ ਸਾਰੇ ਪਾਸ ਕੀਤੇ ਜਾਂਦੇ ਨੇ। ਠੀਕ ਹੈ, ਬਿਲਕੁਲ ਜੁਮਾਈਆਂ ਵਾਂਗੂ ਉਹਨਾਂ ਨੂੰ ਰੱਖਣ ਦੀ ਕੋਸ਼ਿਸ਼ ਆ। ਇਹ ਜਿੱਧਰ ਨੂੰ ਚੱਲੇ ਆ ਤੇ ਸਾਡੇ ਸੰਕਟ ਅਸੀਂ, ਔਰ ਲਾਸਟ ਗੱਲ ਮੈਂ ਇਹ ਕਹਿਣਾ ਕਿ ਸਾਡੇ ਡੈਮੋਕ੍ਰੈਟਿਕ ਮਾਈਂਡ ਸੈਟ ਨੂੰ ਜਿਹੜਾ ਸਾਡਾ ਮਜ਼ਬੂਤ ਕਰਨਾ ਚਾਹੀਦਾ ਸੀ, ਉਹ ਰਵਾਇਤਾਂ ਹੋਰ ਅਮੀਰ ਹੋਣੀਆਂ ਚਾਹੀਦੀਆਂ ਸੀ, ਅੱਗੇ ਵਧਣੀਆਂ ਚਾਹੀਦੀਆਂ ਸੀ, ਬਿਲਕੁਲ ਪੁੱਠੇ ਪਾਸੇ ਨੂੰ ਚੱਲ ਪਿਆ। ਇਹੀ ਚੀਫ ਮਿਨਿਸਟਰ ਕੈਪਟਨ ਸਾਹਿਬ ਜਿਹੜੇ ਪਿਛਲੀ ਵਾਰੀ ਚੀਫ ਮਿਨਿਸਟਰ ਦੇ ਤੌਰ ਤੇ ਬਿਹੇਵ ਕੀਤੇ, ਇਸ ਵੇਲੇ ਰਾਜੇ ਦੀ ਤਰ੍ਹਾਂ ਕੀਤੇ, ਤੇ ਸਾਰੇ ਦੇਸ਼ ਅੰਦਰ ਹੀ ਜਿੰਨੇ ਪੋਲੀਟੀਸ਼ੀਅਨ ਆ ਉਹ ਰਜਵਾੜਾ ਛਾਈ ਮਾਨਸਿਕਤਾ ਦੇ ਸ਼ਿਕਾਰ ਹੋ ਚੁੱਕੇ ਆ। ਉਹ ਰਜਵਾੜੇ ਸਮਝਦੇ ਆ ਲੋਕਾਂ ਨੂੰ, ਆਪਣੇ ਨੌਕਰ, ਲੋਕਾਂ ਦੇ ਜਿਹੜੇ ਕਰਿੰਦੇ ਨਹੀਂ ਸਮਝਦੇ, ਨਾ ਕੋਈ ਪਾਰਦਰਸ਼ਤਾ ਉਹਨਾਂ ਦੇ ਕੰਮਾਂ ਵਿੱਚ ਹੈਗੀ ਹੈ। ਇਸ ਲਈ ਇਹ ਡੈਮੋਕ੍ਰੇਸੀ ਦੇ ਅੰਤ ਵੱਲ ਨੂੰ ਜਾ ਰਿਹਾ, ਔਰ ਬੜੀ ਮਿਹਨਤ ਕਰਕੇ ਲੋਕਤੰਤਰ ਦੇ ਲਈ ਇਹ ਚੀਜ਼ਾਂ ਖਤਰਨਾਕ ਨੇ। ਧੰਨਵਾਦ ਪ੍ਰੋਫੈਸਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਗੱਲਬਾਤ ਕੀਤੀ ਹੈ ਕਿਉਂਕਿ ਆਜ਼ਾਦੀ ਦਿਹਾੜੇ ਦੀਆਂ ਮੁਲਕ ਦੇ ਵਿੱਚ ਰੌਣਕਾਂ ਨੇ, ਹਰ ਕੋਈ ਇਸ ਦਿਨ ਨੂੰ ਮਨਾ ਰਿਹਾ, ਪਰ ਵੱਡੇ ਪੱਧਰ ਤੇ ਗੱਲ ਇਹ ਹੋਣੀ ਵੀ ਬਹੁਤ ਲਾਜ਼ਮੀ ਹੈ ਇਸ ਸਾਰੇ ਜਿਹੜੇ ਉਤਸ਼ਾਹ ਦੇ ਮਾਹੌਲ ਦੇ ਵਿੱਚ ਕਿ ਅਸਲ ਤੌਰ ਤੇ ਇਸ ਪੂਰੇ ਮਾਹੌਲ ਦੀ ਆਰਥਿਕਤਾ ਦੇ ਉੱਤੇ ਕੀ ਕੁਝ ਅਸਰ ਪਿਆ ਇਹਦੇ ਸਮੇਂ ਦੌਰਾਨ, ਜਾਂ ਸਮਾਜਿਕ ਪੱਧਰ ਦੇ ਉੱਤੇ, ਰਾਜਨੀਤਿਕ ਪੱਧਰ ਦੇ ਉੱਤੇ, ਜਾਂ ਫਿਰ ਐਜੂਕੇਸ਼ਨ ਸੈਕਟਰ ਦੇ ਉੱਤੇ। ਤਾਂ ਗੱਲਬਾਤ ਕੀਤੀ ਹੈ ਮਹਿਮਾਨਾਂ ਦੇ ਨਾਲ। ਆਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਜਿਹੜੀ ਪੇਸ਼ਕਸ਼ ਹੈ ਜ਼ਰੂਰ ਪਸੰਦ ਆਈ ਹੋਵੇਗੀ। ਲਗਾਤਾਰ ਬਣੇ ਰਹੋ ਨਵੀਆਂ ਤਾਜ਼ਾ ਖਬਰਾਂ ਦੇ ਲਈ ਫਾਸਟ ਨਿਊਜ਼ ਦੇ ਨਾਲ। ਧੰਨਵਾਦ।